बंदे इकट्ठे होई जाने हां ये होंदी यूनिटी कॉम्प्लेक्स मुर्दाबाद सिडको 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 कॉम्प्लेक्स मुर्दाबाद। ਗੱਲ ਇਹ ਹੋਈ ਕਿ ਸਰ ਅਸੀਂ ਇਹ ਜਗ੍ਹਾ ਲਈ ਕੋਈ 20-22 ਸਾਲ ਤੋਂ ਪਹਿਲਾਂ ਲਈ ਦੀ ਅਸੀਂ ਸਰਕਾਰ ਜਗ੍ਹਾ ਸਰਕਾਰ ਹੀ ਔਰ ਮੈਂ ਕਿਸੇ ਬੰਦੇ ਕੋਲੋਂ ਲਈ ਜਿਹੜੇ ਕੋਲੋਂ ਉਹ ਕਹਿੰਦਾ ਅਸੀਂ ਗੁਰਦੁਆਰੀਆਂ ਕਰਾ ਦੇਵਾਂਗਾ ਔਰ ਗੁਰਦੁਆਰੀਆਂ ਨੂੰ ਕਰਾ ਦਿੱਤੀਆਂ ਸਾਡੀਆਂ ਬਿਲਕੁਲ ਗੁਰਦੁਆਰੀਆਂ ਨੂੰ ਕਰਾ ਦਿੱਤੀਆਂ ਅਸੀਂ ਪੈਸੇ ਖਰਚ ਕੇ ਲਈ ਸੀ ਜਦੋਂ ਸਰਕਾਰ ਨੂੰ ਕੋਈ ਪੁੱਛਦਾ ਵੀ ਨਹੀਂ ਸੀ। ਅੱਜ ਮੈਂ ਕੁੱਲਾ ਇੱਥੇ ਬਣਾਉਣ ਲਿਆ ਸੀ ਤੇ ਉਹ ਆ ਗਏ ਛਿੜਕੋ ਵਾਲੇ ਕਹਿੰਦੇ ਸਾਡੀ ਜਗ੍ਹਾ ਇਹਨੂੰ ਛੱਡ ਦੇ ਕੁੱਲਾ ਬਣਾਇਆ ਤੇ ਉਹਨੂੰ ਅੱਗ ਲਾ ਕੇ ਤੇ ਫੂਕ ਦਿੱਤਾ। ਜਿਨ ਜਗ੍ਹਾ ਤੁਹਾਡੀ ਰਜਿਸਟਰੀ ਕਰਾਈ ਉਹ ਕੌਣ ਸੀ ਉਹ ਜਿਹਨੇ ਰਜਿਸਟਰੀ ਕਰਾਈ ਹੈ ਸਰਾਜ ਪਟਵਾਰੀ ਸੀ ਤੇ ਜਗ੍ਹਾ ਕਿਹਦੇ ਕੋਲ ਲਈ ਸੀ ਨਰਿੰਦਰ ਸਿੰਘ ਕੋਲੋਂ ਗਾਟੀ ਦਾ ਅੱਛਾ ਹਾਂਜੀ ਤੇ ਅੱਜ ਸਿਡਕੋ ਵਾਲੇ ਆ ਕੇ ਢਾਹ ਗਏ ਅੱਗ ਹੀ ਲਾ ਕੇ ਫੂਕ ਗਏ ਵਿੱਚ ਸਮਾਨ ਵੀ ਦੇਖੋ ਨਾ ਫੂਕ ਗਏ। ਇਹ ਜਗ੍ਹਾ ਹੈਗੀ ਕੋਈ ਸਾਡੀ ਕੋਈ 32-33 ਕਨਾਲ ਜਗ੍ਹਾ ਹੈ। ਅੱਛਾ ਤੇ ਹੁਣ ਕੀ ਕਹਿ ਕੇ ਗਏ ਤੁਹਾਨੂੰ ਹੁਣ ਸਾਨੂੰ ਕੱਖ ਨਹੀਂ ਧੱਕੇ ਨਾਲ ਹੀ ਜਗ੍ਹਾ ਲੈ ਕੇ ਤੇ ਬਲੋਜਰ ਫੇਰ ਕੇ ਚਲੇ ਗਏ ਹਾਂ ਅੱਗ ਵੀ ਲਾ ਕੇ ਚਲੇ ਗਏ। ਇਹ ਕੁੱਲਾ ਬਣਾਉਣ ਨੂੰ ਹੋ ਗਏ ਕੋਈ 18-20 ਦਿਨ। ਅੱਛਾ ਉਹ ਥੱਲੇ ਸਾਡੀ ਜਗ੍ਹਾ ਉੱਥੇ ਘੁਮਾ ਜਗ੍ਹਾ ਸੀ ਉਹ ਵੀ ਇਹਨਾਂ ਨੇ ਇਦਾਂ ਹੀ ਜ਼ਬਰਦਸਤੀ ਲੈ ਲਈ। ਉਹ ਫਿਰ ਅਸੀਂ ਸਰਾਜ ਪਟਵਾਰੀ ਆਇਆ ਉਹਨੇ ਕਿਹਾ ਉਹ ਉੱਪਰਲੀ ਜਗ੍ਹਾ ਚ ਪਾ ਲੈ ਇੱਥੇ ਬਣਾਇਆ ਮੈਂ ਤੇ ਬਣਾ ਕੇ ਹਾਲੀ ਇੱਥੇ ਆਇਆ ਹੀ ਸੀ ਤੇ ਅੱਜ ਇਹਨਾਂ ਨੇ ਇਹ ਵੀ ਫੂਕ ਦਿੱਤਾ। ਸਮਾਨ ਸਾਰਾ ਘਰ ਦਾ ਜੋ ਵੀ ਹੁੰਦਾ ਮਾੜਾ ਮੋਟਾ ਸਾਰਾ ਹੋ ਗਿਆ। ਦੱਸੋ ਅਸੀਂ ਗਰੀਬ ਬੰਦੇ ਕਿੱਥੇ ਜਾਈਏ ਹੁਣ। ਉਹ ਥੱਲੇ ਵਾਲੀ ਜਗ੍ਹਾ ਵੀ ਖੋਹ ਲਈ ਤੇ ਇਹ ਵੀ ਖੋਹ ਲਈ ਇਹਨਾਂ ਨੇ ਹੁਣ ਕਿੱਥੇ ਜਾਈਏ। ਮੇਰਾ ਨਾਮ ਸ਼ੇਰ ਅਲੀ ਹੈ। ਸ਼ੇਰ ਅਲੀ ਦੱਸੋਗੇ ਕੀ ਗੱਲ ਹੋਈ ਅੱਜ ਸਾਰੀ? ਸਰ ਗੱਲ ਇਹ ਹੋਈ ਕਿ ਇਹਨੇ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਜਾਂ ਪਹਿਲਾਂ ਹੁੰਦਾ ਕੋਈ ਨੋਟਿਸ ਤਹਿਸੀਲਦਾਰ ਦਾ ਜਾਂ ਡੀਸੀ ਸਾਹਿਬ ਇੱਥੇ ਡਿਸਟ੍ਰਿਕਟ ਕਠੂਆ ਦੇ ਮਾਲਕਣ ਉਹ ਸਾਨੂੰ ਕੋਈ ਨੋਟਿਸ ਦਿੰਦੇ ਤਹਿਸੀਲਦਾਰ ਜਾਂ ਪਟਵਾਰੀ ਸਾਨੂੰ ਕਹਿੰਦੇ ਕਿ ਨੋਟਿਸ ਦਿੰਦੇ ਕਿ ਤੁਸੀਂ ਆਪਣੇ ਘਰ ਪੁੱਟ ਲਓ ਜਾਂ ਤੁਹਾਡਾ ਕੋਈ ਨਾਜਾਇਜ਼ ਕਬਜ਼ਾ ਹੈ। ਅਸੀਂ ਜ਼ਮੀਨਾਂ ਇਹ ਖਰੀਦੀਆਂ ਮੁੱਲ ਹੈ ਸਾਡਾ ਕੋਈ ਨਾਜਾਇਜ਼ ਅਸੀਂ ਇੱਕ ਪੋਟਾ ਜ਼ਮੀਨ ਵੀ ਨਹੀਂ ਮਿਲੀ ਦੀ। ਅਸੀਂ ਇਹਨੇ ਲੋਕਾਂ ਹੀ ਆਣਿਆ ਕਿ ਸਾਡੀਆਂ ਪਹਿਲੇ ਗਾਟੀ ਵਿੱਚ ਇਹਨੇ ਸਿਰਕੋ ਬਣਾਈਆਂ ਤਾਂ ਵੀ ਸਾਡੇ ਗੁੱਜਰ ਲੋਕ ਇਹਨੇ ਕੱਖ ਨਹੀਂ ਦਿੱਤਾ ਇਹਨੇ ਕੱਢੀ ਲਿਆ। ਅੱਜ ਇਹਨੇ ਬਾਹਰੋਂ ਦੇ ਲੋਕ ਆਏ ਦੇ ਨੇ ਕੋਈ ਯੂਪੀ ਹਰਿਆਣਾ ਰਾਜਸਥਾਨੀ ਉਹ ਆਈਏ ਤੇ ਕੰਮ ਕਰੇ ਦੇ ਨੇ ਸਾਡੇ ਬੰਦੇ ਕੀ ਇਹਨੇ ਕੋਈ ਗੇਟ ਮੈਨ ਵੀ ਨਹੀਂ ਰੱਖਿਆ ਪਏ ਗੇਟ 'ਚ ਤੁਸੀਂ ਕੁੱਤੇ ਸਾਹਮਣੇ ਨੌਕਰੀ ਕਰੋ ਤੁਸੀਂ ਅਸੀਂ ਬੱਚੇ ਕਿਸ ਚੀਜ਼ ਦੇ ਪਰ ਪਾਲ ਲੈਣ। ਅਸੀਂ ਆਣੇ ਕਦੇ ਤੁਹਾਡਾ 2.5 ਲੱਖ ਰੁਪਇਆ ਕਨਾਲ ਦਾ ਤੁਸੀਂ ਵੇਚਰ ਦਿਓ ਜ਼ਮੀਨ ਸਰਕਾਰ ਹੈ ਤੁਹਾਡੀ ਕਿੰਨੀ ਹੋਈ ਮਾਲਕੀ ਸਾਨੂੰ ਦੇ 2.5 ਲੱਖ ਦੇ ਕਰਨੇ ਅਸੀਂ ਆਪਣਾ ਮਾਲ ਮਵੇਸ਼ੀ ਪਾਲੀਏ ਆਪਣੇ ਬੱਚੇ ਪਾਲੀਏ। ਅਸੀਂ ਜਨਾਬ ਇਹ ਜ਼ਬਰਦਸਤੀ ਹੈ ਤਸ਼ੋਸ਼ਾਹੀ ਹੈ ਇੱਥੇ। ਨਹੀਂ ਇਹ ਜਿਹੜੀ ਜਗ੍ਹਾ ਸੀ ਕਿਹਦੇ ਕੋਲ ਲਈ ਸੀ ਤੁਸੀਂ? ਇਹ ਜਗ੍ਹਾ ਅਸੀਂ ਲਈ ਦੀ ਸੀ ਜੈਲਦਾਰ ਹੈ ਪਹਿਲੇ ਪੁਰਾਣੇ ਉਹਦੇ ਕੋਲ ਲਈ ਹਾਂ। ਕੌਣ ਹੈ ਇਹ ਇੱਥੇ ਦੇ ਗਾਟੀ ਦੇ ਉਹਦੇ ਕੋਲ ਲਈ ਹਾਂ ਜ਼ਮੀਨਾਂ ਅਸੀਂ ਮੁੱਲੇ ਦੀ ਲੈਣੀ ਹੈ। ਅਸੀਂ ਇਹ ਚੀਜ਼ ਨਾਲ ਆਖਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਏ ਮੀਡੀਆ ਦੇ ਮਾਧਿਅਮ ਕਰਨੇ ਸਾਡੀ ਤੇ ਗਰੀਬਾਂ ਲੋਕਾਂ ਦੀ ਸੁਣਨੀ ਨਹੀਂ ਹੈ। ਇਹ ਸਾਡੇ ਕੋਈ ਪਧਵਾਈ ਨਾ ਇਹ ਮਿਲੀਟੈਂਸੀ ਦੀ ਵਜ੍ਹਾ ਕਰਨੇ ਆਏ ਦੇ ਵਿਚਾਰੇ 1995-96 ਵਿੱਚ ਆਏ ਹੁਣ ਇਹ ਮਿਲੀਟੈਂਟਾਂ ਕੋਲ ਵੱਧ ਕੰਮ ਹੈ ਇੱਥੇ ਇਹ ਲੋਕ ਸਾਨੂੰ ਨਹੀਂ ਜੀਣ ਦਿੰਦੇ ਹਨ। ਅਸੀਂ ਇਹ ਆਖਦੇ ਹਾਂ ਕਿ ਗੌਰਮੈਂਟ ਅੱਗੇ ਅਪੀਲ ਹੈ ਸਾਡੀ ਗੌਰਮੈਂਟ ਸਾਡੀ ਲੋਕਾਂ ਦੀ ਬਣਾਈ ਦੀ ਹੈ ਸਾਡੀਆਂ ਗੱਲਾਂ ਨਹੀਂ ਸੁਣ ਕਰਦੇ ਕੀ ਫਾਇਦਾ ਇਸ ਚੀਜ਼ ਦਾ। ਸਾਡੇ ਬੱਚੇ ਨਿੱਕੇ ਨਿੱਕੇ ਇਹ ਦਰਬਦਾਰ ਹੋਈਏ ਸਾਨੂੰ ਲਈਏ ਡਾਂਗਾ ਪਾਉਂਦੇ ਨੇ ਇੱਥੇ ਪੁਲਿਸ ਵਾਲੇ ਅੱਜ ਆਏ ਦੇ ਕੋਈ ਸਿਡਕੋ ਵਾਲੇ ਅਫਸਰ ਆਏ ਦੇ ਵਿਦ ਫੋਰਸ ਵਿਦ CRP ਆਰਮੀ ਵਗੈਰਾ ਪੁਲਿਸ ਵੀ ਆਈ ਦੀ ਜ਼ਬਰਦਸਤੀ ਨੇ ਆਈਏ ਤੇ ਉਹ ਪਹਿਲੇ ਸਾਡੀ ਬਾੜ ਪੁੱਟੀ ਫਿਰ ਆਈਏ ਨੇ ਆਹ ਲਾਉਲਾ ਕੀਤਾ ਐ ਨਹੀਂ ਸਮਝਾਇਆ ਕਿ ਸਾਨੂੰ ਕੋਈ ਬਈਏ ਸਾਡੇ ਨਾਲ ਕੋਈ ਗੱਲ ਕਰੋ। ਅਗਰ ਤੁਸੀਂ ਸਰਕਾਰ ਜ਼ਮੀਨਾਂ ਦੇ ਯਾਰ ਸਾਨੂੰ 10% ਹੀ ਦੇ ਦਿਓ ਵਿੱਚੋਂ 100 ਵਿੱਚੋਂ 10% ਹੀ ਦਿਓ ਅਸੀਂ ਕੋਈ ਸਾਈਡ ਪਰ ਜਗ੍ਹਾ ਲਈਏ ਸਾਨੂੰ ਦਿੰਦੇ ਕੱਖ ਨਹੀਂ ਉਲਟਾ ਸਾਨੂੰ ਮਾਰਨ ਪਾਉਂਦੇ ਨਾ ਆਈਏ। ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਸਾਡਾ ਇਨਸਾਫ ਹੋਏ ਸਾਨੂੰ ਜਗ੍ਹਾ ਚਾਹੀਦੀ ਹੈ। ਆਖਦੇ ਨੇ ਕਿ ਤੁਹਾਡੇ ਮਕਾਨ ਬਚਾਈ ਦੇ ਗਏ ਅਸੀਂ ਮਾੜੇ ਮੋਟੇ ਤੇ ਬਚਾਈ ਦੇ ਕੇ ਅੱਜ ਤੁਸੀਂ ਚੜ੍ਹਦੇ ਹੋ ਮਗਰ ਕੱਲੇ ਕੋਈ ਹੋਰ ਆਈ ਜਾਗ ਤੇ ਪੁੱਟੋ ਮਕਾਨ ਬਈ ਸਾਨੂੰ ਕੋਈ ਰਿਸ਼ਤੀ ਦੇ ਦਿਨ ਬਚਾਣੇ ਦੇ ਕੱਖ ਨਹੀਂ ਨੇ ਦਿੱਤਾ ਸਾਨੂੰ ਕੋਈ ਨਾਂ ਨਿਸ਼ਾਨ ਨਹੀਂ ਜਿਹੜਾ ਆਉਂਦਾ ਉਹ ਭੇਜਦਾ ਕੁੱਦੀ ਹੈ। नमस्कार, मेरा नाम रवील सिंह है। ये सिडको जो है ये इधर पे आ जाए कह रहे हैं कि इधर से हमने इसको जगह खाली करनी है। मैं लेट पहुंचा पता नहीं क्या हुआ इधर आग जलाई कैसे लगाई मैं थोड़ा लेट में पहुंचा था लेकिन मैंने देखा जो तो काफ़ी सारी फोर्स थी साथ में तहसीलदार नायब तहसीलदार था और भी एडमिनिस्ट्रेशन के थे सिडको के लोग थे। मैंने उनसे बात की कि वजह क्या है उन्होंने कहा जी हमने अपनी जगह एक्वायर करनी है। ठीक है, बहुत अच्छी बात है। अगर डेवलपमेंट के लिए कोई जगह ली जा रही है हम खुश हैं देने के लिए लेकिन सबसे बड़ी है कि अगर जिस एरिया में डेवलपमेंट हो रही है वहाँ के लोगों को एम्प्लॉयमेंट भी मिलना चाहिए। पहले डीसी साहब ये मेरी बात एक नोट करें कि लोकल आदमियों को उधर पे एम्प्लॉयमेंट मिलना ज़रूरी है। अब दूसरी बात आ जाती है कि सिडको की सरकारी जगह पे सिडको लग रही है
तो सरकारी जगह सिर्फ गरीब लोगों के पास ही है। इधर ऐसे ऐसे लोग भी हैं इसी घाटी में कि सरकारी जगह खरीद रहे हैं, वो लोगों को बेच रहे हैं। तब सरकार सोई हुई है, तब एडमिनिस्ट्रेशन सोई हुई है। वही तहसीलदार, वही पटवारी उनके साथ जाकर के बराबर कहते हैं कि ये जगह सरकारी है, खरीदो आप, और दूसरे जो प्राइवेट इंडस्ट्रियलिस्ट हैं वो उस पर जगह खरीद करके वहाँ पे इंडस्ट्री लगा रहे हैं। अगर ये सब कुछ इस एडमिनिस्ट्रेशन के सामने हो रहा है तो ये मिली भगत है सीधी सीधी। मेरा किसी भी एडमिनिस्ट्रेशन के साथ यही एक सवाल है कि कम से कम अगर सरकारी जगह लेनी है तो सबसे लो भाई, फिर गरीब अमीर क्यों देख रहे हो आप? अब गरीब और अमीर जो दोनों हैं उनको एक नज़र से देखो। अब गरीबों के पास इन्होंने पहले ही ये जगहें खरीदी हुई हैं। हमारे बुजुर्गों ने ये जगहें खरीदी थी आज से 30-40 साल पहले, जब बहुत सारी मिलिटेंसी पीक पे थी। तब हमारे बुजुर्ग आए इधर पे तहसीलदार पटवारी ने कैसे कैसे उनको झूठ बोल करके कि ये सच माल की जगह है, आप खरीदो, आपके नाम हो जाएगी। अब हम उस मसले में नहीं जाना चाहते हैं। खरीदी उन्होंने और बाद में वही जगह इंडस्ट्री ले गई। भाई इंडस्ट्री लगती है ठीक है डेवलपमेंट के लिए। दूसरी बात एक और होती है, हिंदुस्तान में एक एग्रोवेकर था, जब हमारे पास खाने के लिए दाना नहीं होता था, बाहर से हमारे पास राशन आता था, उस टाइम कहा गया था कि जहाँ पे जो जगह आती है वो ग्रीनरी एक्ट के अंदर आती है। ये सारी पानी लग जगहें थी, इनको डिस्ट्रॉय करके इस पर इंडस्ट्री डेवलप हो रही है। पहला गैर कानूनी काम ये हुआ है क्योंकि हमारे पास बहुत सारी जगह ऐसी है जो अनइरिगेटेड है। इरिगेटेड जगह पर इंडस्ट्री लगाना पहले ही नहीं बनता है। आने वाले 20 साल, 50 साल, 100 सालों के बाद हमारे बच्चे जो हैं वो क्या सीमेंट खाएंगे? फैक्ट्रियों से बने हुए प्लास्टिक खानी है, क्योंकि खाने के लिए दाना नहीं मिलना है। जिस हिसाब से इरिगेटेड ज़मीनों की बर्बादी हो रही है, मैं एडमिनिस्ट्रेशन से ये कहता हूँ कि कम से कम जिन गरीब लोगों की जगहें ले रहे हैं उनको कम से कम दूसरी जगह सेटल तो किया जाए कम से कम। अब बंदोबस्त की बात की जाती है, हमारी सरकार कहती है, हमारी जो आज सरकार है ये कहती है कि हमें 1947 का स्टेटस चाहिए लैंड का। ठीक है, 1947 का स्टेटस चाहिए, तो सबसे बड़ी बात एक है कि 1947 में हिंदुस्तान, पाकिस्तान, बांग्लादेश मिला करके टोटल 40 करोड़ आबादी थी और आज खाली हिंदुस्तान की 140 करोड़ आबादी है। तो जो 100 करोड़ आबादी है वो किस जगह बैठेगी भाई? उसका क्या बंदोबस्त किया है? बंदोबस्त का मतलब क्या होता है? पहले सरकार को ये जितने भी पॉलिसी मेकर हैं इनको ये समझना चाहिए कि बंदोबस्त होता है कि जो लोग बगैर घर के हैं, बगैर ज़मीन के हैं, बगैर रहने के लिए है, उनका बंदोबस्त किया जाए, उनको घर के लिए जगह दी जाए, बैठने के लिए उनकी सुख सुविधाओं का ध्यान रखा जाए। इसलिए सरकारें चुनी जाती हैं। मैं यहाँ के MP जितेंद्र सिंह जी से भी ये अपील करना चाहता हूँ कि वो भी स्पेशल अटेंशन लें। ये घाटी एरिया में जितना एक ग्रोह चल रहा है, लैंड माफिया चल रहा है, जिसमें प्राइवेट लैंड स्कैमर जो हैं वो लैंड्स को खरीद बेच रहे हैं, स्टेट्स लैंड को भी खरीद बेच रहे हैं, उस पर स्पेशल ध्यान नहीं दिया जाता। उसमें एडमिनिस्ट्रेशन साथ में मिली होती है। और कई बहुत सारे जो है प्रॉपर्टी डीलर्स हैं जो यहाँ पे आकर के अपनी रची रचाई चीज़ें बनाए रहे हैं। जो लोग हैं गरीब लोग, उनके पास कहीं बैठने के लिए जगह नहीं है। मैं तो ये कहता हूँ कि तब से कार्रवाई होनी चाहिए जब से पहले तो सरकार पे कार्रवाई होनी चाहिए, जिन्होंने पहले यह कहा कि ये जगहें आप लगा सकते हो आप नाम। इन लोगों ने कनाल यहाँ जंगल जूट जाड़े होते थे, इन लोगों ने इतनी मेहनत की, अपनी पूरी जीवन की पूंजी लगा करके इस जगह को उपजाऊ बनाया। उपजाऊ बनाने के बाद जब जगह बनी तो दूसरी सरकार आती है, उसको कैंसिल कर देती है, पुरानी सरकार के आर्डर्स को। अब बताओ, सरकार कैंसिल करती है तो गरीब आदमी का क्या भाई उसमें है? उनका क्या कसूर है? एक सरकार आकर के कहती कि ठीक है ये आप लगाओ, दूसरी सरकार आकर के कहती कैंसिल करो। अब जितनी देर उस सरकार ने दी उसमें उन लोगों ने अपनी पूरी जीवन की पूंजी उस पर लगा दी, वो बर्बाद हो गई और वो लोग आज फिर रोड पे आ गए। अब इनके पास कुछ नहीं है, लोगों के पास रहने के लिए, खाने के लिए, पीने के लिए, अपने बच्चों को कहाँ पालें, इनके पास माल मवेशी वो कहाँ रखें, सब कुछ बर्बाद हो गया है।